ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਦੋ ਤੁਕੇ। ਸੋਰਠ ਰਾਗ ਹੈ। ਮਹੱਲਾ ਪੰਜਵਾ। ਪੰਚਮ ਗੁਰਦੇਵ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ। ਬਾਣੀ ਕੇ ਬੋਹਿਤ, ਗਿਆਨ ਕੇ ਮੁਜੱਸਮ। ਮਹਾਨ ਪਰਉਪਕਾਰੀ, ਮਹਾਨ ਕੁਰਬਾਨੀਆਂ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਹੈ, ਜੋ ਦੋ ਤੁਕੇ ਇੱਕ ਸ਼ਬਦ ਦੇ ਵਿੱਚ ਇੱਕ ਇੱਕ ਪੌੜੀ ਦੋ ਦੋ ਤੁਕਾਂ ਦੀ ਹੋਵੇਗੀ। ਇਸ ਪ੍ਰਕਾਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰੋ। ਪਰਮਾਤਮਾ ਦੇ ਨਾਲ ਮਿਲਿਆ ਕਿਉਂ ਨਹੀਂ ਜਾਂਦਾ ਹੈ? ਕਿਉਂ ਦੂਰੀ ਪਈ ਹੋਈ ਹੈ? ਮਿਲਿਆ ਕਿਵੇਂ ਜਾਵੇ? ਆਪ ਕਿਰਪਾ ਕਰਕੇ ਸਾਨੂੰ ਸਮਝਾਓ। ਤਾਂ ਸੁਣ ਕੇ ਮਹਾਰਾਜ ਜੀ ਉਚਾਰਨ ਕਰਦੇ ਹਨ, ਮਹਾਰਾਜ ਜੀ ਕਹਿੰਦੇ ਹੈ ਕਿ ਹੈ ਸਿੱਖੋ, ਹੇ ਭਾਈ, ਜਦੋਂ ਤੱਕ ਇਹ ਜਿਹੜਾ ਜੀਵ ਹੈ ਇਹ ਭਾਉ ਤੇ ਅਭਾਉ, ਭਾਉ ਕਹਿੰਦੇ ਆ ਪ੍ਰੇਮ ਨੂੰ ਤੇ ਅਭਾਉ ਕਹਿੰਦੇ ਆ ਜਿੱਥੇ ਪ੍ਰੇਮ ਨਾ ਹੋਵੇ, ਭਾਵ ਵੈਰ, ਰਾਗ ਦਵੈਕ। ਜਿੰਨਾ ਚਿਰ ਇਹ ਬੰਦਾ ਰਾਗ ਦਵੈਕ ਨੂੰ ਮੰਨਦਾ ਪਿਆ ਹੈ, ਜਾਂ ਭਾਉ ਦਾ ਅਰਥ ਹੁੰਦਾ ਹੈ ਸਤਿਕਾਰ ਤੇ ਅਭਾਉ ਦਾ ਅਰਥ ਹੁੰਦਾ ਹੈ ਨਿਰਾਦਰ। ਜਿੰਨਾ ਚਿਰ ਇਹ ਬੰਦਾ ਕਿਸੇ ਦੇ ਕੋਲੋਂ ਆਪਣੇ ਸਤਿਕਾਰ ਵਾਸਤੇ ਬਚਨ ਸੁਣਨ ਦੇ ਲਈ ਫਸਿਆ ਪਿਆ ਹੈ ਕਿ ਫਲਾਣਾ ਮੇਰੀ ਵਡਿਆਈ ਕਰੇ, ਤੇ ਕਿਸੇ ਦੇ ਕੋਲੋਂ ਨਿਰਾਦਰ ਵਾਲੇ ਬਚਨ ਸਮਝ ਕੇ ਸੁਣ ਕੇ ਤੇ ਆਪਣੇ ਮਨ ਵਿੱਚ ਹੀਨ ਭਾਵਨਾ ਪੈਦਾ ਕਰ ਲੈਂਦਾ ਹੈ, ਜਾਂ ਇਸੇ ਤਰ੍ਹਾਂ ਜਦੋਂ ਤੱਕ ਇਹ ਜੀਵ ਇਸ ਚੱਕਰ 'ਚ ਪਿਆ ਹੋਇਆ ਹੈ ਕਿ ਅੱਜ ਮੇਰੇ ਅੰਦਰ ਬੜਾ ਪ੍ਰਕਾਸ਼ ਹੋਇਆ ਹੈ, ਬੜੀ ਸ਼ਾਂਤੀ ਆਈ ਹੈ, ਔਰ ਫਿਰ ਕਿਸੇ ਦਿਨ ਸੋਚਦਾ ਕਿ ਅੱਜ ਮਨ ਬੜਾ ਚੰਚਲ ਹੈ, ਟਿਕਿਆ ਨਹੀਂ ਹੈ, ਇਹ ਤਾਂ ਕਾਲੀ ਬੋਲੀ ਰਾਤ ਵਾਂਗ, ਮੱਸਿਆ ਦੀ ਰਾਤ ਵਾਂਗ ਹਨੇਰਾ ਪਿਆ ਹੋਇਆ ਮੇਰੇ ਜੀਵਨ ਦੇ ਵਿੱਚ। ਇੱਦਾਂ ਸਿੱਖੋ, ਜਿੰਨਾ ਚਿਰ ਬੰਦਾ ਇਹ ਧੁੰਦਵਾਦ ਦੇ ਵਿੱਚ ਫਸਿਆ ਹੋਇਆ ਹੈ, ਰਾਗ ਦਵੇਖ ਦੇ ਵਿੱਚ ਫਸਿਆ ਹੋਇਆ ਹੈ, ਤਦੋਂ ਤੱਕ ਇਹਦਾ ਮਿਲਣਾ ਬੜਾ ਦੂਰ ਹੈ ਪਰਮਾਤਮਾ ਦੇ ਨਾਲੋਂ। ਕਿਉਂਕਿ ਪਰਮਾਤਮਾ ਇੱਕ ਹੈ ਤੇ ਇੱਕ ਦੇ ਨਾਲ ਮਿਲਣ ਦੇ ਵਾਸਤੇ ਫਿਰ ਇੱਕ ਹੋਣਾ ਪਵੇਗਾ। ਜਦੋਂ ਇੱਕ ਨਾਲ ਮਿਲਣ ਵਾਸਤੇ ਅਸੀਂ ਇੱਕ ਹੁੰਨੇ ਆ, ਇੱਕ ਰਾਹ 'ਤੇ ਚੱਲਦੇ ਹੈ, ਤਾਂ ਹੀ ਇੱਕ ਦੇ ਨਾਲ ਮਿਲਿਆ ਜਾਂਦਾ ਹੈ। ਤੇ ਦੋ ਵਿੱਚ ਫਸ ਕੇ ਨਹੀਂ ਸਾਧ ਸੰਗਤ ਜੀ ਉਹਦੇ ਨਾਲ ਮਿਲਿਆ ਜਾ ਸਕਦਾ। ਤੇ ਧੁੰਦਵਾਦ ਤੋਂ ਮਹਾਰਾਜ ਜੀ ਸਾਨੂੰ ਛੁਡਾਉਂਦੇ ਹੈ ਕਿ ਭਾਈ ਜਿੰਨਾ ਚਿਰ ਮਨ ਅੰਦਰ ਦਵੈਕ ਹੀ ਲੱਗੀ ਹੋਈ ਹੈ, ਉਹਨਾਂ ਚਿਰ ਮਿਲਣਾ ਬੜਾ ਹੀ ਕਠਿਨ ਹੈ, ਦੂਰ ਹੀ ਸਮਝੋ। ਫਿਰ ਜਿੰਨਾ ਚਿਰ ਬੰਦਾ ਆਣ ਹੋਰ ਕਿਸੇ ਦਾ ਤੇ ਆਪਣਾ ਵਿਚਾਰ ਕਰਦਾ ਰਹਿੰਦਾ ਹੈ, ਭਾਵ ਕਿ ਆਹ ਮੇਰਾ ਭਰਾ ਹੈ, ਆਹ ਫਲਾਣੇ ਦਾ ਭਰਾ ਹੈ, ਆਹ ਮੇਰਾ ਸੰਬੰਧੀ ਹੈ, ਫਲਾਣੇ ਦਾ ਸੰਬੰਧੀ ਹੈ, ਇਹਨਾਂ ਜਿੰਨਾ ਚਿਰ ਇਹਦੇ ਵਿੱਚ ਹੀ ਫਸਿਆ ਹੋਇਆ ਮੇਰ ਤੇਰ ਦੇ ਵਿੱਚ, ਤਦੋਂ ਤੱਕ ਇਸ ਜੀਵ ਦੇ ਅੰਦਰ ਹੰਗਤਾ ਮੰਗਤਾ ਦੇ ਕਾਰਨ ਬੀਜ ਪੜਦਾ ਹੀ ਬਣਿਆ ਰਹਿੰਦਾ ਅੰਦਰ, ਤੇ ਇਹ ਵਿਖਾਈ ਵਿਸ਼ਿਆਂ ਦੀ ਜ਼ਹਿਰੀ ਇਹਨੂੰ ਆਈ ਹੋਈ ਹੈ, ਚੰਬੜੀ ਹੋਈ ਹੈ। ਜਾਂ ਉਹਨਾਂ ਚਿਰ ਹਿਰਦੇ ਦੇ ਵਿੱਚ ਵਿਸ਼ੇ ਹੀ ਵਿਸ਼ੇ ਭਰੇ ਰਹਿੰਦੇ ਹਨ, ਤੇ ਜਿੱਥੇ ਵਿਸ਼ਿਆਂ ਦੀ ਜ਼ਹਿਰ ਹੈ ਭਰੀ ਹੋਈ, ਉੱਥੇ ਫਿਰ ਪਰਮਾਤਮਾ ਦੀ ਸਾਖਸ਼ਾਤਤਾ ਹੋਣੀ ਔਖੀ ਹੈ। ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ, ਸਿੱਖੋ, ਜਿੱਥੇ ਸਾਡਾ ਮਨ ਦੋ ਖਿਆਲਾਂ ਦੇ ਵਿੱਚ ਹੋ ਗਿਆ, ਉੱਥੇ ਸਮਝੋ ਦੁਬਿਧਾ ਪੈਦਾ ਹੋ ਗਈ ਹੈ। ਤੇ ਜਿੱਥੇ ਦੁਬਿਧਾ ਪੈਦਾ ਹੋ ਜਾਵੇ, ਉੱਥੇ ਫਿਰ ਏਕਤਾ ਹੋਣੀ ਮੁਸ਼ਕਲ ਹੋ ਜਾਂਦੀ ਹੈ। ਦੁਬਿਧਾ ਕਹਿੰਦੇ ਸੰਗਤ ਜੀ ਉਹਨੂੰ ਆਪਾਂ ਕਿ ਜਿੱਥੇ ਦੋ ਵਿਚਾਰਾਂ ਸਾਡੇ ਅੰਦਰ ਚੱਲਣ ਲੱਗ ਪੈਣ ਕਿ ਇੱਦਾਂ ਕਰੀਏ ਜਾਂ ਇੱਦਾਂ ਕਰੀਏ, ਔਰ ਉੱਥੇ ਇਹੋ ਜਿਹੀ ਥਾਂ ਦੇ ਵਿੱਚ ਇੱਕ ਵਿਚਾਰ ਨੂੰ ਕੇਂਦਰਿਤ ਹੋਣਾ ਮੁਸ਼ਕਲ ਹੋ ਜਾਂਦਾ ਹੈ। ਜਿਵੇਂ ਆਪਾਂ ਐਂ ਕਹਿ ਲਈਏ ਕਿ ਆਪਾਂ ਕਿਤੇ ਮੰਜ਼ਿਲ ਵੱਲ ਜਾ ਰਹੇ ਸਾਂ ਤੇ ਰਸਤੇ ਦੇ ਵਿੱਚ ਦੋ ਮੋੜਾਂ ਆ ਗਈਆਂ,
ਹੁਣ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਕਿਹੜਾ ਰਸਤਾ ਸਾਡੀ ਮੰਜ਼ਿਲ ਵੱਲ ਜਾਵੇਗਾ। ਉੱਥੇ ਸੁਭਾਵਿਕ ਹੀ ਸਾਡੇ ਮਨ ਦੇ ਅੰਦਰ ਫਿਰ ਇਹ ਦੋ ਖਿਆਲ ਪੈਦਾ ਹੋ ਜਾਂਦੇ ਕਿ ਇੱਧਰ ਜਾਈਏ ਜਾਂ ਇੱਧਰ ਜਾਈਏ। ਦੋਨੇ ਪਾਸੇ ਬੰਦਾ ਕਦਮ ਪੁੱਟਣਾ ਕਰਦਾ, ਪਰ ਹੁਣ ਮੰਜ਼ਿਲ ਤਾਂ ਇੱਕ ਪਾਸੇ ਹੈ। ਤੇ ਜੇ ਦੋਨੇ ਪਾਸੇ ਤੁਰੇ, ਪਹਿਲਾਂ ਅੱਧਾ ਕੁ ਕਿਲੋਮੀਟਰ ਇੱਕ ਰਸਤੇ ਤੁਰ ਆਵੇ, ਫਿਰ ਵਾਪਸ ਆ ਕੇ ਕਿਲੋਮੀਟਰ ਦੂਜੇ ਨੂੰ ਚੱਲ ਪਵੇ, ਫਿਰ ਵਾਪਸ ਆ ਕੇ ਫਿਰ ਉੱਧਰ ਚੱਲੇ, ਇੱਦਾਂ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾਵੇਗਾ। ਸਰੀਰ ਨੂੰ ਵੀ ਦੁੱਖ ਹੋਵੇਗਾ, ਮਨ ਵੀ ਦੁਖੀ ਹੋਵੇਗਾ। ਇਸ ਕਰਕੇ ਜਦੋਂ ਮੰਜ਼ਿਲ 'ਤੇ ਪਹੁੰਚਣਾ ਹੈ ਤਾਂ ਰਸਤਾ ਇੱਕ ਇਖਤਿਆਰ ਕਰਨਾ ਪੈਂਦਾ ਹੈ। ਇੱਕ ਹੀ ਸੰਗਤ ਜੀ ਰਸਤਾ ਪਕੜਨਾ ਪੈਂਦਾ। ਇੱਕ ਰਸਤੇ 'ਤੇ ਤੁਰੇ ਹੋਏ ਜਿਹੜੇ ਹੈ ਉਹ ਆਪਣੀ ਮੰਜ਼ਿਲ 'ਤੇ ਪਹੁੰਚੇ ਨੇ। ਜਿਨ੍ਹਾਂ ਨੇ ਆਪਣੇ ਰਸਤੇ ਹੀ ਬਦਲ ਲਏ ਹੈ, ਭਾਵ ਸਾਰੀ ਜ਼ਿੰਦਗੀ ਰਸਤੇ ਹੀ ਬਦਲਦੇ ਰਹਿ ਜਾਂਦੇ ਹੈ, ਉਹ ਫਿਰ ਰਾਹਾਂ 'ਚ ਹੀ ਰਹਿ ਜਾਂਦੇ ਨੇ, ਮੰਜ਼ਿਲ 'ਤੇ ਨਹੀਂ ਪਹੁੰਚ ਪਾਉਂਦੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਹੈ ਕਿ ਭਾਈ ਜਿੰਨਾ ਚਿਰ ਸਾਡੇ ਮਨ ਦੇ ਅੰਦਰ ਇਹ ਧੁੰਦਵਾਦ ਲੱਗਾ ਹੋਇਆ, ਦਵੈਸ਼ ਲੱਗੀ ਹੋਈ ਹੈ, ਮਿੱਤਰ ਸੱਤਰਤਾ ਵਾਲਾ ਭਾਵ ਹੈ, ਤੇ ਉਹਨਾਂ ਚਿਰ ਪ੍ਰਮਾਤਮਾ ਦਾ ਮਿਲਣਾ ਦੂਰ ਹੈ। ਉਹਦੀ ਉਹਨਾਂ ਚਿਰ ਅੰਦਰ ਸਾਖਸ਼ਾਤਤਾ ਨਹੀਂ ਹੁੰਦੀ ਹੈ, ਕਿਉਂਕਿ ਉਹਨਾਂ ਜਿੰਨਾ ਚਿਰ ਦੁਬਦਾ ਹੈ ਉਹਨਾਂ ਚਿਰ ਹਿਰਦੇ ਦੇ ਵਿੱਚ ਵਿਕਾਰ ਵਿਸ਼ੇ ਆ ਕਰਕੇ ਬੈਠੇ ਰਹਿੰਦੇ ਨੇ। ਜਿੱਥੇ ਵਿਸ਼ੇ ਵਿਕਾਰ ਨੇ ਉੱਥੇ ਮਨ ਦੀ ਬੜੀ ਮਲੀਨਤਾ ਹੋ ਜਾਂਦੀ ਹੈ। ਜਿੱਥੇ ਮਲੀਨ ਭਾਵ ਹੁੰਦਾ ਹੈ ਉੱਥੇ ਪਰਮਾਤਮਾ ਫਿਰ ਸਾਖਸ਼ਾਤ ਨਹੀਂ ਹੁੰਦਾ ਹੈ। ਜਿਵੇਂ ਬਾਹਰ ਸਾਧ ਸੰਗਤ ਜੀ ਇੱਕ ਹੁੰਦੀ ਹੈ ਖੱਡੋ ਰੋੜੀ ਵਾਲੀ ਥਾਂ, ਰੂੜੀਆਂ ਵਾਲੀ ਥਾਂ, ਜਿੱਥੇ ਘਰਾਂ ਦਾ ਪਿੰਡ ਦਾ ਕੂੜਾ ਕਰਕਟ ਸੁੱਟਿਆ ਜਾਂਦਾ ਹੈ, ਔਰ ਇੱਕ ਹੁੰਦੀ ਹੈ ਧਰਮ ਦੀ ਥਾਂ। ਹੁਣ ਜਿੱਥੇ ਬੈਠ ਕੇ ਪਾਠ ਪੂਜਾ ਕਰਨੀ ਹੈ ਤੇ ਉੱਥੇ ਬੰਦਾ ਰੂੜੀਆਂ ਪਾ ਦੇਵੇ, ਆ ਕੇ ਕੂੜਾ ਕਰਕਟ ਖਿਲਾਰ ਦੇਵੇ, ਤਾਂ ਸੁਭਾਵਿਕ ਹੈ ਕਿ ਉਹਦਾ ਮਨ ਨਹੀਂ ਟਿਕੇਗਾ। ਇਸ ਕਰਕੇ ਕਿਉਂਕਿ ਬਾਹਰ ਵਾਲੇ ਮਾਹੌਲ ਦਾ ਵੀ ਬੜਾ ਸੰਗਤ ਜੀ ਪ੍ਰਭਾਵ ਪੈਂਦਾ ਹੈ। ਜਿੱਦਾਂ ਦਾ ਵਾਤਾਵਰਨ ਹੈ, ਮਾਹੌਲ ਹੈ, ਉੱਦਾਂ ਦਾ ਸਾਡੇ ਮਨ ਦੇ, ਸਾਡੇ ਸਰੀਰ ਦੇ ਉੱਤੇ ਅਸਰ ਹੁੰਦਾ ਹੈ। ਜੇ ਹੁਣ ਰੂੜੀਆਂ ਦੇ ਲਾਗੇ ਬੈਠੇ ਐ ਤੇ ਉੱਥੋਂ ਗੰਦਗੀ ਦੀ ਬਦਬੂ ਹੀ ਆਉਣੀ ਹੈ, ਤੇ ਜਿੰਨੇ ਕੋ ਰੱਬ ਦੀ ਭਗਤੀ ਕਰਨੀ ਹੈ, ਕੋ ਬੰਦਗੀ ਕਰਨੀ ਹੈ, ਉਹ ਫਿਰ ਸਾਫ ਸਫਾਈ ਦਾ ਪ੍ਰਬੰਧ ਵੀ ਕਰਦਾ ਹੈ। ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ ਜਾਂ ਕੋਈ ਵੀ ਧਰਮ ਮੰਦਰ ਹੈ, ਉੱਥੇ ਫਿਰ ਉਹ ਸਾਫ ਸਫਾਈ ਕਰਦੇ ਹੈ, ਕਿਉਂਕਿ ਸੁਭਾਵਿਕ ਹੀ ਜਿਸ ਘਰ ਦੇ ਵਿੱਚ ਸਾਫ ਸਫਾਈ ਬਹੁਤੀ ਹੋਵੇ ਤੇ ਮਨ ਬੜਾ ਖਿੜਿਆ ਰਹੇਗਾ। ਤੇ ਜਿੱਥੇ ਘਰ ਦੇ ਵਿੱਚ ਬਹੁਤਾ ਜ਼ਿਆਦਾ ਕੂੜਾ ਖਿਲਰਿਆ ਹੋਵੇ, ਕੋਈ ਸਾਫ ਸਫਾਈ ਨਾ ਹੋਵੇ, ਉਹ ਘਰ ਵਿੱਚ ਰਹਿਣ ਵਾਲਿਆਂ ਦਾ ਮਨ ਬਹੁਤਾ ਦਲਿੱਦਰੀ ਹੀ ਰਹੇਗਾ। ਇਹ ਸੁਭਾਵਿਕ ਹੀ ਸਾਡੇ ਮਨਾਂ ਦੇ ਉੱਤੇ ਅਸਰ ਪੈਂਦਾ ਹੈ। ਤਾਂ ਫਿਰ ਮਹਾਰਾਜ ਜੀ ਕਹਿੰਦੇ ਹੈ ਕਿ ਇਸ ਲਈ ਉਦਮੀ ਹੋਣਾ ਚਾਹੀਦਾ ਹੈ, ਸਾਫ ਸੁਥਰਾ ਥਾਂ ਚਾਹੀਦਾ ਹੈ, ਧਰਮ ਦੀ ਜਗ੍ਹਾ ਜਿਹੜੀ ਹੈ। ਤੋ ਮਹਾਰਾਜ ਜੀ ਕਹਿੰਦੇ ਹੈ ਕਿ ਧਰਮ ਦੀ ਥਾਂ 'ਤੇ ਜਾ ਕੇ ਇੱਕ ਰਸਤਾ ਚੁਣਨਾ ਅਤੇ ਪ੍ਰਮਾਤਮਾ ਦੀ ਬੰਦਗੀ ਵਾਲੇ ਪਾਸੇ ਲੱਗਣਾ, ਤਾਂ ਪ੍ਰਮਾਤਮਾ ਦਾ ਜਿਹੜਾ ਰਾਹ ਹੈ ਉਹ ਫਿਰ ਸਾਫ ਸੁਥਰਾ ਹੋ ਕੇ ਆਪਾਂ ਮੰਜ਼ਿਲ ਵਾਲੇ ਪਾਸੇ ਵੱਧਦੇ ਹਾਂ। ਨਹੀਂ ਤਾਂ ਜੇ ਦੋ ਰਾਹਾਂ 'ਚ ਪੈ ਗਏ ਤਾਂ ਫਿਰ ਪਹੁੰਚਣਾ ਮੁਸ਼ਕਿਲ ਹੈ। ਇਹ ਸਮਝਾ ਰਹੇ ਹੈ ਮਹਾਰਾਜ। ਫਿਰ ਹੁਣ ਆਪਾਂ ਕੀ ਕਰੀਏ? ਸਤਿਗੁਰੂ ਜੀ ਕਹਿੰਦੇ ਸਿੱਖੋ ਆਪਾਂ ਫਿਰ ਅਰਦਾਸ ਕਰੀਏ। ਮਹਾਰਾਜ ਸਾਨੂੰ ਤਾਂ ਗਰੀਬਾਂ ਨੂੰ ਅਰਦਾਸ ਵੀ ਨਹੀਂ ਕਰਨੀ ਆਉਂਦੀ, ਕਿਹੜੇ ਬਚਨ ਆਖੀਏ ਮਹਾਰਾਜ ਨੂੰ। ਸਤਿਗੁਰੂ ਜੀ ਕਹਿੰਦੇ ਸੁਣੋ, ਐਂ ਆਖੋ ਸਾਡੇ ਮਗਰ ਬੋਲੋ, ਮਾਧਵੇ ਹੇ ਮਾਇਆ ਦੇ ਪਤੀ, ਮਾਇਆ ਦਾ ਆਸਰਾ ਰੂਪ ਪਰਮ ਪ੍ਰਮਾਤਮਾ ਜੀ, ਸਾਨੂੰ ਇਹੋ ਜਿਹੀ ਸਿੱਖਿਆ ਸਮਝਾ ਦਿਓ। ਕਿਹੋ ਜਿਹੀ ਸਿੱਖਿਆ ਸਮਝਾ ਦਿਓ ਕਿ ਮਹਾਰਾਜ ਮੈਂ ਤੁਹਾਡੇ ਜਿਹੜੇ ਸਾਧੂ ਸੰਤ ਹੈ ਉਹਨਾਂ ਦੀ ਸੇਵਾ ਕਰਾਂ, ਔਰ ਉਹਨਾਂ ਦੇ ਚਰਨਾਂ ਦੀ ਓਟ ਟੇਕ ਪਕੜਨੀ ਕਰਾਂ। ਮਹਾਰਾਜ ਇਹ ਜਿਹੜੀ ਸੇਵਾ ਹੈ, ਤੇਰਾ ਨਾਮ ਹੈ, ਮੈਨੂੰ ਮੋਹਤ ਚਸਾਈ। ਘੜੀ ਤੋਂ ਛੋਟੀ ਘੜੀ ਜਿੰਨਾ ਸਮਾਂ ਵੀ ਮੈਨੂੰ ਵਿਸਰੇ ਨਾ। ਮੋਹਤ ਕਹਿੰਦੇ ਹੈ ਅੱਧੀ ਘੜੀ ਦੇ ਸਮੇਂ ਨੂੰ, ਅਤੇ ਚਸਾ ਕਹਿੰਦੇ ਸੰਗਤ ਜੀ ਥੋੜ੍ਹੇ ਕੁ ਮਾਤਰ ਸਮਾਂ, ਜਿਹੜਾ ਜਿਵੇਂ ਆਪਾਂ ਸੈਕਿੰਡ ਕਹਿ ਲਈਏ। ਜਿਵੇਂ ਅੱਜ ਕੱਲ੍ਹ ਦੇ ਟਾਈਮ ਪੀਸ ਵਿੱਚ ਸੈਕਿੰਡ ਦੀ ਛੋਟੀ ਜਿਹੀ ਇਕਾਈ ਹੈ,
ਇਸੇ ਤਰ੍ਹਾਂ ਚਸਾ ਜਿਹੜਾ ਹੈ ਪੁਰਾਣੇ ਸਮੇਂ ਇਹ ਸਮੇਂ ਦੀ ਇੱਕ ਇਕਾਈ ਹੁੰਦੀ ਸੀ। ਭਾਵ ਲਿਆ ਜਾਂਦਾ ਸੀ ਥੋੜ੍ਹੇ ਤੋਂ ਥੋੜ੍ਹਾ ਮਾਤਰ ਸਮਾਂ। ਕਹਿੰਦੇ ਇੰਨਾ ਸਮਾਂ ਵੀ ਸਾਨੂੰ ਇਹ ਸੇਵਾ ਤੇਰੀ ਯਾਦ ਤੇਰਾ ਸਿਮਰਨ ਭੁੱਲੇ ਨਾ। ਵਿਸਰਾਮ ਦੇ ਕੇ ਅੱਗੇ ਸਮਝਾਉਂਦੇ ਹਨ। ਆਪਣੇ ਮਨ ਨੂੰ ਦੱਸੀਏ ਸਮਝਾਈਏ, ਉਹ ਮੇਰਿਆ ਮੂਰਖ ਮਨਾ, ਤੂੰ ਸ਼ਾਸਤਰ ਗਿਆਨ ਵੱਲੋਂ ਵੀ ਬੇਸਮਝ ਹੋਇਆ ਪਿਆ ਹੈ, ਪਰਮਾਰਥ ਵੱਲੋਂ ਵੀ ਬੇਖਬਰ ਹੋਇਆ ਪਿਆ ਹੈ, ਫਿਰ ਕਦੀ ਵੀ ਟਿਕਦਾ ਹੀ ਨਹੀਂ ਹੈ, ਬਹੁਤਾ ਚੰਚਲ ਰਹਿੰਦਾ ਹੈ ਚਿੱਤ। ਤੇ ਤੇਰੇ ਹਿਰਦੇ ਦੇ ਵਿੱਚ ਅਜਿਹੀ ਕਦੀ ਗੱਲ ਆਈ ਨਹੀਂ? ਕਿੰਨਾ ਤੂੰ ਬੇਸਮਝ ਹੋ ਗਿਆ, ਤੈਨੂੰ ਕਦੀ ਅੰਦਰ ਖਿਆਲ ਹੀ ਨਹੀਂ ਆਇਆ ਕਿ ਮੈਂ ਵੀ ਕਿਤੇ ਸਤ ਸੰਗਤ ਕਰ ਲਵਾਂ, ਕਿਤੇ ਰੱਬ ਦੇ ਪਿਆਰਿਆਂ ਦੀ ਸੇਵਾ ਕਰ ਲਾਂ, ਨਾਮ ਜਪ ਲਵਾਂ, ਬਾਣੀ ਪੜ੍ਹ ਲਵਾਂ। ਤੂੰ ਇੰਨਾ ਹੀ ਬੇਸਮਝ, ਇੰਨਾ ਹੀ ਪੱਥਰ ਹੋ ਗਿਆ, ਤੈਨੂੰ ਇਹ ਗੱਲ ਆਪਣੇ ਆਪ ਕਦੀ ਅੰਦਰ ਆਈ ਹੋਈ ਨਹੀਂ। ਸਾਰੀ ਜ਼ਿੰਦਗੀ ਲੰਘ ਚੱਲੀ, ਇਹ ਸਮਝ ਹੀ ਨਹੀਂ ਪਈ। ਹੇ ਮਨਾ, ਜਿਹੜਾ ਸਾਡੇ ਪ੍ਰਾਣਾਂ ਦਾ ਮਾਲਕ ਹੈ, ਜਿਹਦੇ ਕਰਕੇ ਸਾਡੇ ਸਾਹ ਚੱਲਦੇ ਪਏ ਹੈ, ਪਰਮਾਤਮਾ, ਉਹਨੂੰ ਛੱਡ ਕੇ ਤੇ ਤੂੰ ਹੋਰ ਹੀ ਗਲਤ ਰਾਹਾਂ ਦੇ ਵਿੱਚ, ਗਲਤ ਕੰਮਾਂ ਦੇ ਵਿੱਚ ਰਚਿਆ ਮਿਚਿਆ ਪਿਆ ਹੈ। ਜਿਹੜੇ ਵੈਰੀ ਨੇ ਤੇਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਨਾਲ ਹੀ ਉਲਝਿਆ ਫਿਰਦਾ ਹੈ, ਭਾਵ ਇਹਨਾਂ ਨਾਲ ਹੀ ਤੂੰ ਫਸਿਆ ਪਿਆ ਹੈ। ਇਹ ਜੀਵ ਜਿਹੜਾ ਸਾਧ ਸੰਗਤ ਜੀ, ਇਹਦੀ ਹਾਲਤ ਕੈਸੀ ਹੋਈ ਪਈ ਹੈ, ਦੱਸਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ। ਕਹਿੰਦੇ ਹੈ ਕਿ ਸੋਗ ਨਾ ਵਿਆਪੈ, ਆਪ ਨਾ ਥਾਪੈ। ਜਿਹੜੇ ਕੋ ਗੁਰਮੁਖ ਪਿਆਰੇ ਹੁੰਦੇ ਹੈ, ਉਹਨਾਂ ਨੂੰ ਕੋਈ ਚਿੰਤਾ ਨਹੀਂ ਸਾਧ ਸੰਗਤ ਜੀ ਵਿਆਪਦੀ ਹੈ। ਕਿਉਂ ਨਹੀਂ ਵਿਆਪਦੀ? ਕਿਉਂਕਿ ਆਪ ਨਾ ਥਾਪੈ, ਉਹ ਆਪਣੇ ਆਪ ਨੂੰ ਨਹੀਂ ਥਾਪਦੇ। ਭਾਵ ਕੋਈ ਵੀ ਕੰਮ ਕਰਦੇ ਹੈ, ਸੇਵਾ ਕਰਦੇ ਹੈ, ਉਹਦੇ ਵਿੱਚ ਕਹਿੰਦੇ ਹੈ ਕਿ ਭਾਈ ਮੈਂ ਕੁਝ ਨਹੀਂ ਕੀਤਾ, ਇਹ ਕਰਾਉਣ ਵਾਲਾ ਪਰਮਾਤਮਾ ਹੀ ਹੈ, ਉਸੇ ਨੇ ਕਰਵਾਇਆ ਹੈ, ਸਾਡੇ ਵਿੱਚ ਕੋਈ ਸਮਰੱਥਾ ਨਹੀਂ ਹੈ। ਇੱਦਾਂ ਆਪਣੀ ਆਪਣੱਤ ਨਹੀਂ ਅੱਗੇ ਸੰਗਤ ਜੀ ਰੱਖਦੇ ਨੇ ਕਿ ਮੈਂ ਇੱਦਾਂ ਕੀਤਾ, ਜਾਂ ਮੈਂ ਐਂ ਕਰਦਾ ਸਾਂ, ਜਾਂ ਮੈਂ ਐਂ ਕਰਾਂਗਾ। ਉਹ ਗੁਰਮੁਖ ਪਿਆਰੇ ਆਪਣੀ ਆਪਣੱਤ ਨੂੰ ਪਾਸੇ ਰੱਖ ਦਿੰਦੇ ਨੇ। ਜਦੋਂ ਆਪਣੀ ਮਿਹਰ ਪਾਸੇ ਰੱਖ ਦਿੱਤੀ ਬੰਦੇ ਨੇ, ਤਾਂ ਫਿਰ ਉਹਨੂੰ ਕੋਈ ਗਮ, ਕੋਈ ਫਿਕਰ ਨਹੀਂ ਲੱਗਦਾ ਹੈ। ਮਹਾਰਾਜ, ਇਹ ਹੁਣ ਅਕਲ ਕਿਵੇਂ ਆਵੇ, ਇਹ ਸਮਝ ਕਿਵੇਂ ਸਾਡੇ ਪਵੇ? ਸਤਿਗੁਰੂ ਜੀ ਕਹਿੰਦੇ, ਸਿੱਖੋ ਸਾਧ ਸੰਗਤ ਕਰਿਆ ਕਰੋ। ਜਦੋਂ ਸਾਧ ਸੰਗਤ ਕਰਿਆ ਕਰੋਗੇ ਨਾ, ਤਾਂ ਸਾਧ ਸੰਗਤ ਦੇ ਵਿੱਚੋਂ ਹੀ ਇਹ ਤੁਸੀਂ ਐਸੀ ਅਕਲ ਬੁੱਧ ਪਾ ਲਓਗੇ। ਸੰਗਤ ਵਿੱਚੋਂ ਹੀ ਐਸੀ ਸ਼੍ਰੇਸ਼ਟ ਮਤ ਆਤਮ ਸ਼ੈਣੀ ਬੁੱਧ ਪ੍ਰਾਪਤ ਹੁੰਦੀ ਹੈ। ਬਾਕੀ ਜਿਹੜੇ ਸਾਖਤ ਪੁਰਸ਼ ਨੇ ਰੱਬ ਨਾਲੋਂ ਟੁੱਟੇ ਹੋਏ ਹੈ, ਉਹਨਾਂ ਦਾ ਬੋਲਣਾ ਤਾਂ ਐ ਜਾਣੋ, ਜਿਸ ਤਰ੍ਹਾਂ ਹਵਾ ਦਾ ਬੁੱਲਾ, ਹਵਾ ਦਾ ਝੋਕਾ ਜਿਵੇਂ ਆਉਂਦਾ ਹੈ, ਤੇ ਉਹ ਹਵਾ ਦਾ ਬੁੱਲਾ ਇੱਧਰੋਂ ਆਇਆ ਤੇ ਇੱਧਰ ਲੰਘ ਗਿਆ, ਤੇ ਉਹ ਹੁਣ ਸਦਾ ਤਾਂ ਨਹੀਂ ਨਾ ਰਹਿੰਦਾ ਹੈ। ਜਦੋਂ ਹਵਾ ਦਾ ਬੁੱਲਾ ਆਉਂਦਾ ਤੇ ਉਹਦੇ ਬੁੱਲੇ ਆਉਣ ਕਰਕੇ ਰੁੱਖਾਂ ਦੇ ਪੱਤੇ ਇੱਕਦਮ ਖੜਕਦੇ ਹੈ, ਉਹ ਲੰਘ ਜਾਂਦਾ ਤੇ ਨਾਲ ਦੀ ਨਾਲ ਹੀ ਉਹ ਸ਼ਾਂਤ ਹੋ ਜਾਂਦੇ ਹੈ। ਬਸ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਜਿਹੜੇ ਕੋ ਰੱਬ ਨਾਲੋਂ ਟੁੱਟੇ ਹੋਏ ਲੋਕ ਹੈ, ਉਹਨਾਂ ਦਾ ਬੋਲਣਾ ਵਿਅਰਥ ਹੀ ਹੈ, ਕੇਵਲ ਖੜਕਾ ਹੀ ਖੜਕਾ ਸੁਣਦਾ ਹੈ, ਹੋਰ ਕੋਈ ਉਹਦੇ ਵਿੱਚੋਂ ਤੱਤ ਸਿਧਾਂਤ ਵਾਲੀ ਗੱਲ ਨਹੀਂ ਨਿਕਲਦੀ। ਹਾਂ, ਇਸ ਕਰਕੇ ਬੇਨਤੀਆਂ ਕਰੀਏ ਕਿ ਹੇ ਮਹਾਰਾਜ, ਸਾਡਾ ਜਿਹੜਾ ਮਨ ਹੈ ਨਾ, ਇਹ ਤਾਂ ਕਰੋੜਾਂ ਹੀ ਗੁਨਾਹਾਂ ਕਰਕੇ ਢਕਿਆ ਪਿਆ ਹੈ। ਤੇ ਮਹਾਰਾਜ, ਹੁਣ ਤੁਹਾਡੇ ਅੱਗੇ ਸਾਡੇ ਪਾਸੋਂ ਤਾਂ ਕੁਝ ਕਿਹਾ ਵੀ ਨਹੀਂ ਜਾਂਦਾ, ਕਿਉਂਕਿ ਮਨ ਸਾਡਾ ਗੁਨਾਹਾਂ ਦੇ ਨਾਲ ਹੀ ਭਰਿਆ ਪਿਆ ਹੈ। ਇਸ ਕਰਕੇ ਸੱਚੇ ਪਾਤਸ਼ਾਹ ਆਪ ਅੰਤਰਜਾਮੀ ਸਾਡੀ ਇਹ ਬੇਨਤੀ ਜਾਣੋ। ਇਸ ਕਰਕੇ ਸਤਿਗੁਰੂ ਜੀ ਉਚਾਰਨ ਕਰਦੇ ਐ, ਇੱਦਾਂ ਬੇਨਤੀ ਕਰੀਏ, ਹੇ ਮੇਰੇ ਪ੍ਰਭੂ ਸਮਰੱਥ ਮਾਲਕ ਪਰਮੇਸ਼ਰ ਜੀ, ਅਸੀਂ ਤਾਂ ਨਿਮਾਣੇ ਜਿਹੇ ਹੋ ਕੇ ਤੇਰੀ ਸ਼ਰਨ ਦੇ ਵਿੱਚ ਆ ਗਏ ਹਾਂ। ਹੁਣ ਮਹਾਰਾਜ ਆਪ ਵੀ ਸਾਡਾ ਜਿਹੜਾ ਲੇਖਾ ਜੋਖਾ ਹੈ ਨਾ, ਇਹ ਚੱਕ ਕੇ ਰੱਖ ਦੇਵੋ। ਆਪ ਸਾਨੂੰ ਬਖਸ਼ੀ ਲੈਣਾ ਕਰੋ। ਸਾਡੇ ਸਾਰੇ ਜਿੰਨੇ ਵੀ ਮਹਾਰਾਜ ਗੁਨਾਹ ਨੇ, ਇਹ ਮੁਆਫ ਹੀ ਕਰ ਦਿਓ।
ਆਪਣੇ ਸ਼ਰਨ ਵਿੱਚ ਆਇਆਂ ਦੀ ਸਾਡੀ ਲੱਜਪਤ ਰੱਖ ਲਓ। ਇੱਦਾਂ ਮਹਾਰਾਜ ਨੇ ਸ਼ਬਦ ਦੇ ਵਿੱਚ ਸਾਨੂੰ ਪਰਮਾਤਮਾ ਅੱਗੇ ਬੇਨਤੀ ਕਰਨ ਦੀ ਜਾਚ ਸਿਖਾਈ ਹੈ।